ਸਤਿ ਸ੍ਰੀ ਅਕਾਲ। ਸਾਹਿਤਕ ਸਰਚ ਚੈਨਲ ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਸ਼ਿਵ ਕੁਮਾਰ ਬਟਾਲਵੀ ਦੁਆਰਾ ਰਚਿਤ ਕਵਿਤਾ ਲੂਣਾ ਦੀ ਪ੍ਰਸੰਗ ਸਹਿਤ ਵਿਆਖਿਆ ਲੈ ਕੇ ਹਾਜ਼ਰ ਹੋਏ ਹਾਂ। ਪਰ ਇਸ ਤੋਂ ਪਹਿਲਾਂ ਕਿ ਵਿਆਖਿਆ ਸ਼ੁਰੂ ਕੀਤੀ ਜਾਵੇ, ਚੈਨਲ ਦੇ ਨਵੇਂ ਜੁੜੇ ਵਿਦਿਆਰਥੀ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਦਾ ਬਟਨ ਵੀ ਦਬਾ ਸਕਦੇ ਹੋ, ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਡੇ ਤੱਕ ਸਮੇਂ ਸਿਰ ਪੁੱਜਦੀਆਂ ਰਹਿਣ। ਚੈਨਲ ਦੀ ਪਲੇਲਿਸਟ ਦੇ ਵਿੱਚ ਜਾ ਕੇ ਹੁਣ ਤੱਕ ਜਾਰੀ ਕੀਤੀਆਂ ਲੈਕਚਰ ਲੜੀਆਂ ਵੀ ਸੁਣਦੇ ਰਹਿਣਾ ਤੇ ਨਾਲ ਹੀ ਸਾਹਿਤਕ ਸਰਚ ਚੈਨਲ ਨੂੰ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਸਾਂਝਾ ਕਰਨਾ ਨਾ ਭੁੱਲਣਾ, ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਇਸ ਚੈਨਲ ਦੇ ਨਾਲ ਜੁੜ ਕੇ ਆਪਣੀ ਪੜ੍ਹਾਈ ਨੂੰ ਸਮੇਂ ਸਿਰ ਅਤੇ ਸੁਚਾਰੂ ਢੰਗ ਦੇ ਨਾਲ ਜਾਰੀ ਰੱਖ ਸਕਣ। ਔਰ ਨਵੇਂ ਜੁੜੇ ਵਿਦਿਆਰਥੀਆਂ ਦਾ ਇਸ ਮਕਸਦ ਦੇ ਲਈ ਚੈਨਲ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਸਬਸਕ੍ਰਾਈਬ ਕਰਨਾ ਅਤ ਲੋੜੀਂਦਾ ਹੈ। ਸੋ ਆਓ ਜੋੜਦੇ ਹਾਂ ਅੱਜ ਦੀ ਕਲਾਸ ਦੇ ਨਾਲ। ਸ਼ਿਵ ਕੁਮਾਰ ਬਟਾਲਵੀ ਨੇ ਆਪਣੇ ਮਹਾਕਾਵ ਲੂਣਾ ਦੇ ਵਿੱਚ ਕਾਦਰਯਾਰ ਦੁਆਰਾ ਰਚਿਤ ਕਿੱਸਾ ਪੂਰਨ ਭਗਤ ਵਿਚਲੇ ਪਾਤਰ ਲੂਣਾ ਨੂੰ ਨਵੇਂ ਸੰਦਰਭ ਦੇ ਵਿੱਚ, ਨਵੇਂ ਅਰਥਾਂ ਦੇ ਵਿੱਚ ਪੇਸ਼ ਕੀਤਾ ਹੈ ਕਿ ਲੂਣਾ ਜੋ ਹੈ ਸਮਾਜ ਦਾ ਇੱਕ ਤਿਰਸਕ੍ਰਿਤ ਪਾਤਰ ਨਹੀਂ ਹੈ। ਸਮਾਜ ਨੇ ਉਸ ਵੇਲੇ ਉਸ ਦੇ ਨਾਲ ਧੱਕਾ ਕੀਤਾ ਹੈ ਔਰ ਆਪਣੇ ਹੱਕ ਸੱਚ ਨੂੰ ਹਾਸਲ ਕਰਨ ਦੇ ਲਈ ਜੇਕਰ ਲੂਣਾ ਨੇ ਕਦਮ ਉਠਾਇਆ ਹੈ ਤਾਂ ਇਹ ਲੂਣਾ ਦੀ ਜਿਹੜੀ ਹੈ ਆਪਣੀ ਹੱਕ ਨੂੰ, ਸੱਚ ਨੂੰ ਹਾਸਲ ਕਰਨ ਦੀ ਲੜਾਈ ਹੈ, ਜਿਸ ਨੂੰ ਸਮਾਜ ਨੇ ਕਦੇ ਵੀ ਪ੍ਰਵਾਨ ਨਹੀਂ ਕੀਤਾ। ਔਰ ਇਸ ਧੱਕੇ ਦੇ ਖਿਲਾਫ ਸ਼ਿਵ ਕੁਮਾਰ ਬਟਾਲਵੀ ਆਵਾਜ਼ ਬੁਲੰਦ ਕਰਦਾ ਹੋਇਆ, ਲੂਣਾ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਮਾਰਦਾ ਹੋਇਆ ਲੂਣਾ ਦੇ ਮਨੋਭਾਵਾਂ ਨੂੰ ਮਨੋਵਿਗਿਆਨਿਕ ਦ੍ਰਿਸ਼ਟੀ ਤੋਂ ਪੇਸ਼ ਕਰਨ ਦਾ ਯਤਨ ਕਰਦਾ ਹੈ ਔਰ ਉਸ ਦੇ ਵਿੱਚ ਪੂਰੀ ਤਰ੍ਹਾਂ ਸਫਲ ਵੀ ਹੁੰਦਾ ਹੈ। ਸ਼ਿਵ ਕੁਮਾਰ ਬਟਾਲਵੀ ਨੇ ਲਿਖਿਆ ਹੈ ਲੂਣਾ ਦੀ ਮਨੋਵਿਅਥਾ ਨੂੰ ਪੇਸ਼ ਕਰਦਿਆਂ ਕਿ ਧਰਮੀ ਬਾਬਲ ਪਾਪ ਕਮਾਇਆ, ਲੜ ਲਾਇਆ ਸਾਡੇ ਫੁੱਲ ਕੁਮਲਾਇਆ, ਜਿਸ ਦਾ ਇਸ਼ਰਾ ਰੂਪ ਹੰਡਾਇਆ, ਮੈਂ ਪੂਰਨ ਦੀ ਮਾਂ ਪੂਰਨ ਦੇ ਹਾਣ ਦੀ। ਧਰਮੀ ਬਾਬਲ ਭਾਵ ਜਦੋਂ ਬਾਬਲ ਹੀ ਧੱਕਾ ਕਰਨ ਤੇ ਆ ਜਾਵੇ ਤਾਂ ਉਸ ਬੱਚੇ ਦੀ ਰੱਖਿਆ ਫਿਰ ਕੌਣ ਕਰ ਸਕਦਾ ਹੈ। ਇਸੇ ਤਰ੍ਹਾਂ ਲੂਣਾ ਦੇ ਨਾਲ ਹੁੰਦਾ ਹੈ। ਉਸਦੇ ਪਿਤਾ ਨੇ ਹੀ ਉਸਦੇ ਨਾਲ ਬੜਾ ਪਾਪ ਕਮਾਇਆ ਹੈ, ਬੜਾ ਜੋ ਹੈ ਧੱਕਾ ਕੀਤਾ ਹੈ। ਕੀ ਧੱਕਾ ਕੀਤਾ ਹੈ, ਕੀ ਪਾਪ ਕਮਾਇਆ ਹੈ ਕਿ ਲੜ ਲਾਇਆ ਸਾਡੇ ਫੁੱਲ ਕੁਮਲਾਇਆ। ਲੂਣਾ ਕਹਿ ਰਹੀ ਹੈ ਕਿ ਜੋ ਵਰ ਰੂਪ ਦੇ ਵਿੱਚ ਮੇਰੇ ਲਈ ਜੋ ਵਰ ਜਾਂ ਪਤੀ ਟੋਲਿਆ ਗਿਆ ਹੈ, ਜੋ ਮੇਰੇ ਲੜ ਲਾਇਆ ਗਿਆ ਹੈ ਜਾਂ ਜਿਸ ਤੇ ਲੜ ਮੈਨੂੰ ਲਾਇਆ ਗਿਆ ਹੈ, ਉਸ ਦੀ ਸਥਿਤੀ ਇੱਕ ਕੁਮਲਾਏ ਹੋਏ ਫੁੱਲ ਵਾਂਗ ਹੈ। ਕਿਉਂਕਿ ਫੁੱਲ ਜਿਹੜਾ ਹੈ ਉਹ ਖਿੜਿਆ ਹੋਇਆ ਸੁਗੰਧੀ ਭਰਪੂਰ ਹੁੰਦਾ ਹੈ, ਪਰ ਜਦੋਂ ਫੁੱਲ ਕੁਮਲਾ ਜਾਂਦਾ ਹੈ ਤਾਂ ਉਸਦੀ ਸੁਗੰਧੀ ਵੀ ਖਤਮ ਹੋ ਜਾਂਦੀ ਹੈ ਔਰ ਵੇਖਣ ਨੂੰ ਵੀ ਉਹ ਜੋ ਹੈ ਮਨ ਨਹੀਂ ਮੋਹਦਾ ਕਿਸੇ ਦਾ। ਠੀਕ ਇਸੇ ਤਰ੍ਹਾਂ ਜੋ ਲੂਣਾ ਨੂੰ ਪਤੀ ਰੂਪ ਦੇ ਵਿੱਚ, ਵਰ ਰੂਪ ਦੇ ਵਿੱਚ ਰਾਜੇ ਸਲਵਾਹਨ ਦੀ ਪ੍ਰਾਪਤੀ ਹੋਈ ਹੈ, ਉਹ ਆਪਣੀ ਜਵਾਨੀ ਦੀ ਅਵਸਥਾ ਨੂੰ ਹੰਢਾ ਚੁੱਕਿਆ ਹੈ ਔਰ ਉਸਦੀ ਅਵਸਥਾ ਜਿਹੜੀ ਹੈ ਬੁਢਾਪੇ ਵਿੱਚ ਪ੍ਰਵੇਸ਼ ਕਰਨ ਸਦਕਾ ਇੱਕ ਕੁਮਲਾਏ ਹੋਏ ਫੁੱਲ ਵਰਗੀ ਹੈ, ਜਿਸ ਦਾ ਇਸ਼ਰਾ ਰੂਪ ਹੰਢਾਇਆ। ਔਰ ਉਹ ਰਾਜਾ ਸਲਵਾਹਨ ਜਿਸ ਦੀ ਪਹਿਲੀ ਪਤਨੀ ਇਸ਼ਰਾ ਉਸਦੀ ਜਵਾਨੀ ਨੂੰ ਹੰਢਾ ਚੁੱਕੀ ਹੈ, ਮਾਣ ਚੁੱਕੀ ਹੈ ਔਰ ਉਸਦੀ ਕੁੱਖੋਂ ਇੱਕ ਪੂਰਨ ਨਾਮ ਦੇ ਪੁੱਤਰ ਦਾ ਵੀ ਜਨਮ ਹੋਇਆ ਸੀ। ਸੋ ਕਵੀ ਕਹਿ ਰਿਹਾ ਹੈ ਕਿ ਮੈਂ ਪੂਰਨ ਦੀ ਮਾਂ ਪੂਰਨ ਦੇ ਹਾਣ ਦੀ। ਇੱਥੇ ਲੂਣਾ ਰੂਪ ਦੇ ਵਿੱਚ ਕਵੀ ਕਹਿ ਰਿਹਾ ਹੈ ਕਿ ਦੇਖੋ ਕਿਹੋ ਜਿਹੀ ਧੱਕੇਜ਼ੋਰੀ ਹੈ, ਕਿੰਨਾ ਅਨਿਆਂ ਹੈ, ਕਿੰਨੀ ਵਿਡੰਬਨਾ ਭਰਪੂਰ ਸਥਿਤੀ ਹੈ ਕਿ ਮੈਂ ਪੂਰਨ ਦੀ ਮਾਂ। ਸਮਾਜ ਦੀਆਂ ਨਜ਼ਰਾਂ ਦੇ ਵਿੱਚ ਲੂਣਾ ਜੋ ਹੈ ਉਹ ਪੂਰਨ ਦੀ ਮਾਂ ਦਾ ਦਰਜਾ ਅਖਤਿਆਰ ਕਰ ਚੁੱਕੀ ਹੈ, ਪਰ ਪੂਰਨ ਦੇ ਹਾਣ ਦੀ। ਪਰ ਲੂਣਾ ਤੇ ਪੂਰਨ ਦੀ ਜਿਹੜੀ ਉਮਰ ਹੈ ਉਹ ਇੱਕ ਬਰਾਬਰ ਹੈ। ਮੈਂ ਉਸ ਤੋਂ ਇੱਕ ਚੁੰਮਣ ਵੱਡੀ, ਪਰ ਮੈਂ ਕੀਕਣ ਮਾਂ ਉਹਦੀ ਲੱਗੀ। ਕਿਉਂਕਿ ਲੂਣਾ ਤੇ ਪੂਰਨ ਦੀ ਉਮਰ ਦਾ ਬਹੁਤ ਥੋੜਾ, ਕੁਝ ਦਿਨਾਂ ਦਾ, ਪਲਾਂ ਦਾ ਫਰਕ ਕਹਿ ਸਕਦੇ ਹਾਂ, ਥੋੜੀ ਜਿਹੀ ਵੱਡੀ ਹਾਂ। ਫਿਰ ਮੈਂ ਉਸਦੀ ਮਾਂ ਕਿਸ ਰਿਸ਼ਤੇ ਤੋਂ ਲੱਗੀ, ਉਹ ਮੇਰੀ ਗਰਭ ਜੂਨ ਨਾ ਆਇਆ, ਕਿਉਂਕਿ ਮੈਂ ਤਾਂ ਉਸਨੂੰ ਆਪਣੀ ਕੁੱਖੋਂ ਜਨਮ ਹੀ ਨਹੀਂ ਦਿੱਤਾ। ਲੋਕਾਂ ਵੇ ਮੈਂ ਧੀ ਵਰਗੀ ਸਲਵਾਨ ਦੀ। ਫਿਰ ਉਹ ਆਪਣੀ ਮਨੋਵਿਅਥਾ ਨੂੰ ਪੇਸ਼ ਕਰਦਿਆਂ ਹੋਇਆ ਕਹਿੰਦੀ ਹੈ ਕਿ ਲੋਕੋ ਮੈਂ ਧੀ ਵਰਗੀ ਸਲਵਾਨ ਦੀ, ਭਾਵ ਮੇਰੀ ਉਮਰ ਤਾਂ ਰਾਜੇ ਸਲਵਾਹਨ ਦੀ ਉਮਰ ਨਾਲੋਂ ਇੰਨੀ ਛੋਟੀ ਹੈ ਕਿ ਜਿਵੇਂ ਪਿਓ ਧੀ ਦੀ ਉਮਰ ਦੇ ਵਿੱਚ ਫਰਕ ਹੁੰਦਾ ਹੈ, ਠੀਕ ਇਸੇ ਤਰ੍ਹਾਂ ਰਾਜੇ ਸਲਵਾਹਨ ਦੀ ਦੂਸਰੀ ਪਤਨੀ ਲੂਣਾ ਅਤੇ ਰਾਜੇ ਸਲਵਾਨ ਦੀ ਉਮਰ ਦਾ ਫਰਕ ਹੈ। ਪਿਤਾ ਜੇ ਧੀ ਦਾ ਰੂਪ ਹੰਡਾਵੇ, ਲੋਕਾਂ ਵੇ ਤੈਨੂੰ ਲਾਜ ਨਾ ਆਵੇ। ਫਿਰ ਉਹ ਬੜੀ ਹੈਰਾਨੀ ਭਰੀ ਸਥਿਤੀ ਦੇ ਵਿੱਚ ਆਪਣਾ ਸੱਚ ਪੇਸ਼ ਕਰਦੀ ਹੈ ਕਿ ਇਹ ਸਮਾਜ ਦੇ ਕਰਤਾ ਧਰਤਾ ਲੋਕੋ, ਪਿਤਾ ਦੇ ਸਮਾਨ ਉਮਰ ਦਾ ਸ਼ਖਸ ਜੇਕਰ ਆਪਣੀ ਧੀ ਦੇ ਸਮਾਨ ਉਮਰ ਦੀ
ਲੜਕੀ ਨੂੰ ਵਿਆਹ ਲਿਆਉਂਦਾ ਹੈ, ਉਸਦੇ ਰੂਪ ਨੂੰ ਹੰਡਾਉਂਦਾ ਹੈ। ਲੋਕ ਆਵੇ ਤੈਨੂੰ ਲਾਜ ਨਾ ਆਵੇ, ਫਿਰ ਸਮਾਜ ਨੂੰ ਸ਼ਰਮ ਨਹੀਂ ਆਉਂਦੀ, ਸਮਾਜ ਨੂੰ ਗਰਕ ਜਾਣਾ ਚਾਹੀਦਾ ਹੈ। ਜੇ ਲੂਣਾ ਪੂਰਨ ਨੂੰ ਚਾਵੇ, ਚਰਿੱਤਰਹੀਣ ਕਵੇ ਕਿਉਂ ਜੀਭ ਜਹਾਨ ਦੀ। ਭਾਵ ਜਦੋਂ ਸਮਾਜ ਨੇ ਲੂਣਾ ਦੇ ਨਾਲ ਧੱਕਾ ਕੀਤਾ ਹੈ, ਉਸ ਵੇਲੇ ਬਾਬਲ ਵੀ ਚੁੱਪ ਹੈ, ਸਮਾਜ ਵੀ ਚੁੱਪ ਹੈ, ਤੇ ਰਾਜਾ ਜਿਸ ਦਾ ਫਰਜ਼ ਹੈ ਪ੍ਰਜਾ ਦਾ ਭਲਾ ਸੋਚਣਾ, ਤਿੰਨੇ ਜਿਹੜੇ ਨੇ ਉਹ ਮੂਕ ਅਵਸਥਾ ਦੇ ਵਿੱਚ ਹਨ, ਚੁੱਪ ਹਨ। ਪਰ ਕਵੀ ਕਹਿ ਰਿਹਾ ਹੈ ਕਿ ਜੇ ਲੂਣਾ ਪੂਰਨ ਨੂੰ ਚਾਹਵੇ, ਤੇ ਜੇਕਰ ਲੂਣਾ ਨੇ ਆਪਣਾ ਹੱਕ ਹਾਸਲ ਕਰਨ ਦੇ ਲਈ ਕਦਮ ਚੁੱਕਿਆ ਹੈ, ਆਪਣੇ ਹਾਣ ਪ੍ਰਵਾਨ ਦੇ ਵਰ ਲੂਣਾ ਪੂਰਨ ਨੂੰ ਪ੍ਰਾਪਤ ਕਰਨਾ ਚਾਹਿਆ ਹੈ, ਤਾਂ ਉਹੀ ਸਮਾਜ, ਉਹੀ ਬਾਬਲ, ਉਹੀ ਰਾਜਾ ਜਿਹੜੇ ਪਹਿਲਾਂ ਚੁੱਪ ਸਨ ਉਸ ਨਾਲ ਹੋਏ ਧੱਕੇ ਦੇ ਵਕਤ, ਅੱਜ ਉਸਨੂੰ ਚਰਿੱਤਰਹੀਨਤਾ ਦਾ ਖਿਤਾਬ ਦੇ ਰਹੇ ਹਨ, ਉਸਨੂੰ ਚਰਿੱਤਰਹੀਣ ਗਰਦਾਨ ਰਹੇ ਹਨ, ਸਮਾਜ ਨਾਲੋਂ ਛੇਕ ਰਹੇ ਹਨ, ਉਸਨੂੰ ਨਿਖਿੱਧ ਪਾਤਰ ਵਜੋਂ, ਇੱਕ ਤਿਰਸਕ੍ਰਿਤ ਪਾਤਰ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਔਰ ਉਹ ਸਮਾਜ ਜਿਸ ਨੇ ਲੂਣਾ ਨਾਲ ਹੋਏ ਧੱਕੇ ਦੇ ਵਕਤ ਆਪਣੀ ਜੀਭ ਜਿਹੜੀ ਸੀ ਉਸ ਨੂੰ ਚੁੱਪ ਦਾ ਜੰਦਰਾ ਮਾਰ ਲਿਆ ਸੀ, ਪਰ ਜਦੋਂ ਲੂਣਾ ਆਪਣਾ ਹੱਕ ਲੈਣ ਦੇ ਲਈ ਅੱਗੇ ਆਈ ਹੈ ਤਾਂ ਉਸੇ ਸਮਾਜ ਦੀ ਜੀਭ ਜਿਹੜੀ ਹੈ ਉਹ ਹੁਣ ਕੈਂਚੀ ਵਾਂਗ ਚੱਲ ਰਹੀ ਹੈ। ਭਾਵ ਸਮਾਜ ਦੀਆਂ ਨਜ਼ਰਾਂ ਦੇ ਵਿੱਚ ਔਰਤ ਜਿਹੜੀ ਹੈ ਉਹ ਇੱਕ ਵਸਤੂ ਦੇ ਸਮਾਨ ਹੈ, ਜਿਸ ਨੂੰ ਸਮਾਜ ਜਿਵੇਂ ਚਾਹੇ ਜਦੋਂ ਚਾਹੇ ਵਰਤ ਸਕਦਾ ਹੈ। ਪਰ ਜੇਕਰ ਉਹੀ ਔਰਤ ਜਿਹੜੀ ਹੈ ਆਪਣੇ ਹੱਕ ਸੱਚ ਦੀ ਆਵਾਜ਼ ਚੁੱਕਦੀ ਹੈ ਤੇ ਉਸ ਨੂੰ ਦੁਰਾਚਾਰੀ ਕਿਹਾ ਜਾਂਦਾ ਹੈ, ਵਿਭਚਾਰਨ ਕਹਿ ਕੇ ਤਿਰਸਕਾਰਿਆ ਜਾਂਦਾ ਹੈ। ਚਰਿੱਤਰਹੀਣ ਤੇ ਤਾਂ ਕੋਈ ਆਖੇ, ਜੇਕਰ ਲੂਣਾ ਵੇਚੇ ਹਾਸੇ। ਫਿਰ ਕਵੀ ਅੱਗੇ ਸਪਸ਼ਟੀਕਰਨ ਦੇ ਰਿਹਾ ਹੈ ਕਿ ਚਰਿੱਤਰਹੀਣ ਤਾਂ ਲੂਣਾ ਨੂੰ ਤਾਂ ਕੋਈ ਕਵੇ ਜੇਕਰ ਲੂਣਾ ਜੋ ਹੈ ਸਮਾਜ ਦੇ ਵਿੱਚ ਇੱਕ ਬਿਲਕੁਲ ਨੈਗੇਟਿਵ ਪਾਤਰ ਦੇ ਵਜੋਂ ਵਿਚਰ ਰਹੀ ਹੋਵੇ। ਪਰ ਜੇ ਹਾਣ ਨਾ ਲੱਭਣ ਮਾਪੇ, ਹਾਣ ਲੱਭਣ ਵਿੱਚ ਗੱਲ ਕੀ ਹੈ ਅਪਮਾਨ ਦੀ? ਫਿਰ ਇੱਥੇ ਇੱਕ ਪ੍ਰਸ਼ਨ ਚਿੰਨ੍ਹ ਹੈ ਕਿ ਜੇਕਰ ਮਾਪੇ ਹੀ ਆਪਣੀ ਧੀ ਦੇ ਲਈ ਯੋਗ ਵਰ ਨਹੀਂ ਤਲਾਸ਼ਦੇ, ਤੇ ਫਿਰ ਜੇਕਰ ਉਹ ਯੋਗ ਵਰ ਲੱਭ ਲੈਂਦੀ ਹੈ, ਤਲਾਸ਼ ਲੈਂਦੀ ਹੈ, ਟੋਲ ਲੈਂਦੀ ਹੈ, ਤੇ ਇਸ ਦੇ ਵਿੱਚ ਮਾਣ ਅਪਮਾਨ ਜਾਂ ਇੱਜ਼ਤ ਬੇਇੱਜ਼ਤੀ ਵਾਲੀ ਗੱਲ ਕਿਉਂ ਖੜੀ ਹੁੰਦੀ ਹੈ? ਲੂਣਾ ਹੋਵੇ ਤਾਂ ਅਪਰਾਧਨ, ਇੱਥੇ ਲੂਣਾ ਦਾ ਅਪਰਾਧ, ਦੋਸ਼, ਕਸੂਰ ਉਸ ਤਾਂ ਵੀ ਮਿਥਿਆ ਜਾ ਸਕਦਾ ਹੈ, ਮਹਿਕ ਉਹਦੀ ਜੇ ਹੋਵੇ ਦਾਗਣ, ਕਿਉਂਕਿ ਜੇਕਰ ਉਸਨੇ ਰਾਜੇ ਸਲਵਾਹਨ ਨੂੰ ਆਪਣੇ ਪਤੀ ਵਜੋਂ ਪ੍ਰਵਾਨ ਕਰ ਲਿਆ ਹੁੰਦਾ, ਮਹਿਕ ਮੇਰੀ ਤਾਂ ਕੰਜਕ ਮੈਂ ਹੀ ਜਾਣਦੀ, ਕਿਉਂਕਿ ਰਾਜਾ ਸਲਵਾਹਨ ਅਤੇ ਲੂਣਾ ਦਾ ਰਿਸ਼ਤਾ ਜੋ ਹੈ ਇੱਕ ਪਤੀ ਪਤਨੀ ਵਾਲਾ ਜਾਂ ਗ੍ਰਸਤ ਦੇ ਯੋਗ ਹੀ ਨਹੀਂ ਹੈ। ਫਿਰ ਜੋ ਹੈ ਸਮਾਜ ਲੂਣਾ ਨੂੰ ਬੁਰਾ ਭਲਾ ਕਿਉਂ ਕਹਿ ਰਿਹਾ ਹੈ? ਮਹਿਕ ਮੇਰੀ ਤਾਂ ਕੰਜਕ ਮੈਂ ਹੀ ਜਾਣਦੀ, ਜੋ ਸਲਵਾਨ ਮੇਰੇ ਲੜ ਲੱਗਾ, ਦਿਨ ਭਰ ਚੁੱਕ ਫਾਈਲਾਂ ਦਾ ਥੱਬਾ। ਪਿਛਲੇ ਦੋ ਪਹਿਰੇ ਜਿਹੜੇ ਹਨ ਉਸ ਦੇ ਵਿੱਚ ਪਰੰਪਰਾਗਤ ਪਾਤਰ ਲੂਣਾ ਦੀ ਮਨੋਸਥਿਤੀ ਨੂੰ ਦਰਸਾਇਆ ਗਿਆ ਹੈ, ਤੇ ਅਗਲੇ ਦੋ ਪਹਿਰਿਆਂ ਦੇ ਵਿੱਚ ਕਵੀ ਨੇ ਜੋ ਆਧੁਨਿਕ ਔਰਤ ਦੇ ਨਾਲ ਜੋ ਧੱਕਾ ਹੋ ਰਿਹਾ ਹੈ ਉਸ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਭਾਵ ਔਰਤ ਦੇ ਨਾਲ ਸਦੀਆਂ ਤੋਂ ਹੀ ਧੱਕਾ ਹੁੰਦਾ ਆ ਰਿਹਾ ਹੈ, ਔਰ ਵਰਤਮਾਨ ਯੁੱਗ ਦੇ ਵਿੱਚ ਵੀ, ਜਿਸ ਨੂੰ ਅਸੀਂ ਅਗਾਂਹ ਵਧੂ ਯੁੱਗ ਕਹਿੰਦੇ ਹਾਂ, ਧੱਕਾ ਜੋ ਹੈ ਇੱਥੇ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਸੇ ਤਰ੍ਹਾਂ ਚੱਲ ਹੀ ਰਿਹਾ ਹੈ। ਕਵੀ ਕਹਿ ਰਿਹਾ ਹੈ ਕਿ ਜੋ ਸਲਵਾਨ ਮੇਰੇ ਲੜ ਲੱਗਾ, ਯਾਨੀ ਕਿ ਆਧੁਨਿਕ ਨਾਰੀ ਦੇ ਮਨੋਵਿਅਥਾ ਇਹ ਹੈ ਕਿ ਜੋ ਸਲਵਾਨ ਰੂਪੀ ਪਤੀ ਆਧੁਨਿਕ ਨਾਰੀ ਨੂੰ ਹਾਸਿਲ ਹੋਇਆ ਹੈ, ਦਿਨ ਭਰ ਚੁੱਕ ਫਾਈਲਾਂ ਦਾ ਥੱਬਾ, ਸ਼ਹਿਰੋਂ ਸ਼ਹਿਰ ਰਵੇ ਨਿਤ ਭੱਜਾ, ਮਨ ਵਿੱਚ ਚੇਟਕ ਚਾਂਦੀ ਦੇ ਫੁੱਲ ਖਾਣ ਦੀ। ਉਹ ਵੀ ਜੋ ਹੈ ਦੌਲਤ ਪ੍ਰੇਮੀ ਹੈ, ਉਹ ਪੈਸੇ ਦੇ ਗੁਣਾ ਜੋੜ ਦੇ ਵਿੱਚ ਹੀ ਲਗਾਤਾਰ ਰੁੱਝਿਆ ਰਹਿੰਦਾ ਹੈ। ਭਾਵ ਉਹ ਮਨੀ ਮਾਈਂਡਡ ਇਨਸਾਨ ਹੈ, ਔਰ ਆਪਣੇ ਵਪਾਰ ਨੂੰ ਵਧਾਉਣ ਦੇ ਲਈ, ਆਪਣੇ ਜੋ ਹੈ ਸਮਾਜ ਦੇ ਵਿੱਚ ਹੋਰ ਵੱਡੀ ਪੂੰਜੀਪਤੀਆਂ ਦੀ ਹੋੜ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਉਹ ਦਿਨ ਰਾਤ ਤਰਲੋਮਸ਼ੀ ਹੁੰਦਾ ਹੈ, ਸ਼ਹਿਰੋਂ ਸ਼ਹਿਰ ਨਿਤ ਭੱਜਿਆ ਫਿਰਦਾ ਹੈ, ਔਰ ਪਤਨੀ ਦੇ ਪ੍ਰਤੀ ਆਪਣੇ ਉਸਤੇ ਕੋਈ ਵੀ ਫਰਜ਼ ਜਿਹੜੇ ਨੇ ਉਹਨਾਂ ਨੂੰ ਸੁਚਾਰੂ ਢੰਗ ਦੇ ਨਾਲ ਨਿਭਾ ਨਹੀਂ ਰਿਹਾ, ਮਨ ਵਿੱਚ ਚੇਟਕ ਚਾਂਦੀ ਦੇ ਫੁੱਲ ਖਾਣ ਦੀ। ਕਿਉਂਕਿ ਉਹਨਾਂ ਦੀ ਸੋਚ ਦੇ ਵਿੱਚ, ਕਵੀ ਦੀ ਸੋਚ ਦੇ ਵਿੱਚ ਅਸਲ ਦੇ ਵਿੱਚ ਮਰਦ ਦੀ ਸੋਚ ਇਸ ਤਰ੍ਹਾਂ ਹੈ ਕਿ ਉਹ ਸੋਚਦਾ ਹੈ ਕਿ ਔਰਤ ਦੇ ਲਈ ਗਹਿਣਾ ਗੱਟਾ, ਉਸ ਦੇ ਲਈ ਜੋ ਹੈ ਪੈਸੇ ਦੇ ਜੋੜ 'ਤੇ ਖਰੀਦੀਆਂ ਹੋਈਆਂ ਵਸਤੂਆਂ ਜਿਹੜੀਆਂ ਨੇ ਉਹੀ ਉਸ ਦੇ ਜੀਵਨ ਦੇ ਲਈ ਕਾਫੀ ਹਨ। ਪਰ ਔਰਤ ਦੀਆਂ ਜਿਹੜੀਆਂ ਭਾਵਨਾਵਾਂ ਨੇ, ਜਿਹੜੀਆਂ ਰੀਝਾਂ ਨੇ, ਜਿਹੜੇ ਚਾਅ ਨੇ,
ਉਹਨਾਂ ਦੀ ਪੂਰਤੀ ਵੱਲ ਜਾਂ ਉਸ ਨੂੰ ਮਨੋਵਿਗਿਆਨਿਕ ਪੱਧਰ ਤੇ ਸਮਝਣ ਸਮਝਾਉਣ ਵੱਲ ਮਰਦ ਦਾ ਕੋਈ ਧਿਆਨ ਨਹੀਂ ਹੈ। ਇਸ ਦੇ ਉੱਤੇ ਕਵੀ ਨੇ ਵਿਅੰਗ ਕੀਤਾ ਹੈ। ਚਿਰ ਹੋਇਆ ਉਹਦੀ ਇਸ਼ਰਾ ਮੋਈ, ਇੱਕ ਪੂਰਨ ਜੰਮ ਪੂਰਨ ਹੋਈ। ਆਧੁਨਿਕ ਯੁੱਗ ਦੇ ਵਿੱਚ ਵੀ ਮਨੁੱਖ ਦੀ ਸਥਿਤੀ ਅਜਿਹੀ ਹੈ, ਉਹ ਵੀ ਕੋਈ ਰਾਜੇ ਸਲਵਾਹਨ ਨਾਲੋਂ ਘੱਟ ਨਹੀਂ ਹੈ। ਕਾਰਨ ਉਹੀ ਹੈ ਕਿ ਮਰਦ ਦੀ ਸੋਚ ਜਿਹੜੀ ਹੈ ਉਹ ਔਰਤ ਦੇ ਪ੍ਰਤੀ ਹਮੇਸ਼ਾ ਹੀ ਨਾ ਪੱਖੀ ਰਹੀ ਹੈ। ਉਸ ਨੂੰ ਵਸਤੂ ਵਾਂਗ ਵਰਤਣਾ ਆਪਣਾ ਮੁੱਖ ਮਕਸਦ ਸਮਝਦਾ ਹੈ। ਚਿਰ ਹੋਇਆ ਉਹਦੀ ਇਸ਼ਰਾ ਮੋਈ। ਅੱਜ ਦੀ ਔਰਤ ਦੀ ਮਨੋਵਿਅਥਾ ਇਹ ਹੈ, ਮਨੋਸਥਿਤੀ ਇਹ ਹੈ ਕਿ ਅੱਜ ਵੀ ਜੋ ਉਸ ਨੂੰ ਵਰ ਪ੍ਰਾਪਤ ਹੋਇਆ ਹੈ, ਉਸ ਦੀ ਵੀ ਇਸ਼ਰਾ ਰੂਪੀ ਪਤਨੀ ਜਿਹੜੀ ਹੈ ਉਹ ਬਹੁਤ ਵਕਤ ਪਹਿਲਾਂ ਮਰ ਗਈ ਸੀ। ਇੱਕ ਪੂਰਨ ਜੰਮ ਪੂਰਨ ਹੋਈ, ਔਰ ਇੱਕ ਪੂਰਨ ਰੂਪੀ ਪੁੱਤ ਨੂੰ ਜੰਮ ਕੇ ਹੀ ਪੂਰਨ ਹੋ ਗਈ ਸੀ। ਭਾਵ ਇਸ ਸਮਾਜ ਦੇ ਵਿੱਚ ਸੰਪੂਰਨਤਾ ਦਾ ਦਰਜਾ ਅਖਤਿਆਰ ਕਰ ਗਈ ਸੀ। ਉਹ ਪੂਰਨ ਨਾ ਜੋਗੀ ਕੋਈ, ਤੇ ਉਸ ਦੁਆਰਾ ਜਨਮਿਆ ਜੋ ਪੁੱਤਰ ਪੂਰਨ ਹੈ ਉਹ ਕੋਈ ਜੋਗੀ ਨਹੀਂ ਹੈ, ਕਿਉਂਕਿ ਕਾਦਰਯਾਰ ਦਾ ਜੋ ਪੂਰਨ ਸੀ ਉਹ ਇੱਕ ਭਗਤ ਦੇ ਰੂਪ ਦੇ ਵਿੱਚ ਪੇਸ਼ ਕੀਤਾ ਗਿਆ ਹੈ। ਪਰ ਆਧੁਨਿਕ ਮਨੁੱਖ ਜਿਹੜਾ ਹੈ ਉਹ ਪੂਰਨ ਵਰਗਾ ਜਤੀ ਸਤੀ ਨਹੀਂ ਹੈ। ਉਹ ਕੋਈ ਨੈਤਿਕ ਕਦਰਾਂ ਕੀਮਤਾਂ ਦੇ ਉੱਤੇ ਚੱਲਣ ਵਾਲਾ ਨਹੀਂ ਹੈ। ਉਸ ਦੀ ਨਜ਼ਰ ਹੈ ਮੇਰਾ ਹਾਣ ਪਛਾਣ ਦੀ। ਉਹਦੀ ਨਜ਼ਰ ਜਿਹੜੀ ਹੈ ਉਹ ਆਪਣੇ ਹਾਣ ਪ੍ਰਵਾਨ ਨੂੰ ਭਾਲਣ ਦੇ ਵਿੱਚ, ਟੋਲਣ ਦੇ ਵਿੱਚ ਜੋ ਹੈ ਬੜੀ ਸਿੱਧ ਹਸਤ ਹੈ। ਭਾਵ ਕਵੀ ਨੇ ਜੋ ਅਜੋਕਾ ਯੁੱਗ ਹੈ ਇਸ ਦੇ ਵਿੱਚ ਵੀ ਜੋ ਅਣਜੋੜ ਵਿਆਹ ਨੇ ਜਾਂ ਅਣਜੋੜ ਰਿਸ਼ਤੇ ਜਿਹੜੇ ਨੇ, ਉਹਨਾਂ ਦੇ ਵਿੱਚ ਔਰਤ ਕਿਸ ਤਰ੍ਹਾਂ ਦੇ ਦਰਦ ਨੂੰ ਹੰਡਾਉਂਦੀ ਹੈ ਉਸ ਨੂੰ ਪੇਸ਼ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ। ਹੋ ਚੱਲਿਆ ਹੈ ਆਥਣ ਵੇਲਾ, ਆਇਆ ਨਹੀਂ ਗੋਰਖ ਦਾ ਚੇਲਾ। ਦਫ਼ਤਰ ਤੋਂ ਅੱਜ ਘਰ ਅਲਬੇਲਾ, ਮੈਂ ਭਈ ਕਰਾਂ ਕਿਆ ਤਿਆਰੀ ਕੈਫੇ ਜਾਣ ਦੀ। ਤੇ ਅਜੋਕੀ ਨਾਰੀ ਜਿਹੜੀ ਹੈ, ਹੋ ਚੱਲਿਆ ਆਥਣ ਦਾ ਵੇਲਾ, ਉਹ ਵੀ ਆਪਣੇ ਪੈਸੇ ਦੇ ਪੁਜਾਰੀ ਪਤੀ ਦੀ ਉਡੀਕ ਦੇ ਵਿੱਚ ਸਵੇਰ ਤੋਂ ਸ਼ਾਮ ਤੱਕ ਉਡੀਕ ਦੀ ਮੂਰਤ ਬਣ ਕੇ ਬੈਠੀ ਰਹਿੰਦੀ ਹੈ। ਪਰ ਉਹ ਪੈਸੇ ਦਾ ਪੁਜਾਰੀ ਵਾਪਸ ਨਹੀਂ ਪਰਤਦਾ, ਕਿਉਂਕਿ ਉਹ ਆਪਣੇ ਕਾਰੋਬਾਰ ਦੇ ਵਿੱਚ, ਆਪਣੀ ਨੌਕਰੀ ਦੇ ਵਿੱਚ ਉਹ ਇੰਨਾ ਉਲਝਿਆ ਹੋਇਆ ਹੈ, ਨਫੇ ਨੁਕਸਾਨ ਦੇ ਵਿੱਚ ਹੀ ਉਹ ਇੰਨਾ ਜਿਹੜਾ ਜ਼ਿਆਦਾ ਉਲਝ ਚੁੱਕਿਆ ਹੈ ਕਿ ਉਸ ਨੂੰ ਆਪਣੀਆਂ ਘਰੋਗੀ ਜ਼ਿੰਮੇਦਾਰੀਆਂ ਦੇ ਪ੍ਰਤੀ ਕੋਈ ਜੋ ਹੈ ਧਿਆਨ ਹੀ ਨਹੀਂ ਹੈ, ਜਾਂ ਉਹ ਗੌਰ ਹੀ ਨਹੀਂ ਕਰਦਾ। ਦਫ਼ਤਰ ਤੋਂ ਅੱਜ ਘਰ ਅਲਬੇਲਾ, ਮੈਂ ਭਈ ਕਰਾਂ ਤਿਆਰੀ ਕੈਫੇ ਜਾਣ ਦੀ। ਉਹ ਅਲਬੇਲੀ ਕਿਸਮ ਦਾ ਮਸਤ ਮਲੰਗ ਜਿਹੜਾ ਹੈ ਸ਼ਖਸ, ਉਹ ਘਰ ਹੀ ਨਹੀਂ ਪਰਤਿਆ ਦਫ਼ਤਰ ਤੋਂ ਰਾਤ ਤੀਕ, ਮੈਂ ਭਈ ਕਰਾਂ ਤਿਆਰੀ ਕੈਫੇ ਜਾਣ ਦੀ। ਤੇ ਉਹ ਵੀ ਫਿਰ ਉਸ ਦੀ ਇੰਤਜ਼ਾਰ ਦੇ ਵਿੱਚ ਤਰਲੋ ਮੱਛੀ ਨਹੀਂ ਹੁੰਦੀ। ਉਹ ਵੀ ਆਪਣੇ ਰੀਝਾਂ ਚਾਅ ਪੂਰੇ ਕਰਨ ਦੇ ਲਈ ਇੱਕ ਆਧੁਨਿਕ ਨਾਰੀ ਦੇ ਰੂਪ ਦੇ ਵਿੱਚ ਉਸੇ ਵਾਂਗ ਆਪਣੀਆਂ ਰੀਝਾਂ ਜਿਹੜੀਆਂ, ਆਪਣੇ ਚਾਅ ਜਿਹੜੇ ਨੇ ਉਹਨਾਂ ਨੂੰ ਪੁਗਾਉਣ ਦੇ ਲਈ ਉਹ ਫਿਰ ਬਾਹਰ ਸਮਾਜ ਦੇ ਵਿੱਚ ਵਿਚਰਨਾ ਸ਼ੁਰੂ ਕਰ ਦਿੰਦੀ ਹੈ। ਮੈਂ ਭਈ ਕਰਾਂ ਤਿਆਰੀ ਕੈਫੇ ਜਾਣ ਦੀ। ਹੁਣ ਕੈਫੇ ਦੇ ਵਿੱਚ ਕਿਸ ਤਰ੍ਹਾਂ ਦਾ ਕਲਚਰ ਹੁੰਦਾ ਹੈ, ਜਿੱਥੇ ਹਰ ਕੋਈ ਆਪਣੀਆਂ ਮਨਿਆਈਆਂ ਪੂਰੀਆਂ ਕਰ ਸਕਦਾ ਹੈ। ਧਰਮੀ ਬਾਬਲ ਪਾਪ ਕਮਾਇਆ। ਔਰ ਅਜਿਹੀ ਸਥਿਤੀ ਕਦੋਂ ਆਉਂਦੀ ਹੈ, ਜਦੋਂ ਸਭ ਤੋਂ ਪਹਿਲਾ ਫਰਜ਼ ਮਾਪੇ ਹੀ ਨਿਭਾਉਣ ਤੋਂ ਗੁਰੇਜ਼ ਕਰਦੇ ਹਨ। ਧਰਮੀ ਬਾਬਲ ਪਾਪ ਕਮਾਇਆ, ਲੜ ਲਾਇਆ ਸਾਡੇ ਫੁੱਲ ਕੁਮਲਾਇਆ। ਜਦੋਂ ਔਲਾਦ ਦੇ ਲਈ ਯੋਗ ਜੋ ਜੀਵਨ ਸਾਥੀ ਦੀ ਤਲਾਸ਼ ਵਕਤ ਸਿਰ ਨਹੀਂ ਕੀਤੀ ਜਾਂਦੀ, ਜਿਸ ਦਾ ਇਸ਼ਰਾ ਰੂਪ ਹੰਡਾਇਆ, ਮੈਂ ਪੂਰਨ ਦੀ ਮਾਂ ਪੂਰਨ ਦੇ ਹਾਣ ਦੀ। ਕਿਉਂਕਿ ਸਮਾਜ ਦੀਆਂ ਨਜ਼ਰਾਂ ਦੇ ਵਿੱਚ ਜੋ ਔਰਤ ਦੀ ਸਥਿਤੀ ਹੈ ਉਹ ਇਸ ਤਰ੍ਹਾਂ ਦੀ ਹੈ ਕਿ ਉਸ ਨੂੰ ਦਬਾਇਆ ਜਾਂਦਾ ਹੈ, ਜ਼ਰੂਰਤ ਤੋਂ ਜ਼ਿਆਦਾ ਦਬਾਇਆ ਜਾਂਦਾ ਹੈ। ਪਰ ਜਦੋਂ ਫਿਰ ਜ਼ਰੂਰਤ ਤੋਂ ਜ਼ਿਆਦਾ ਦਬਾਇਆ ਜਾਂਦਾ ਹੈ ਤੇ ਗੁਬਾਰਾ ਵੀ ਜ਼ਿਆਦਾ ਹਵਾ ਭਰਾਂਗੇ ਤਾਂ ਉਹ ਪਾਟ ਜਾਂਦਾ ਹੈ। ਠੀਕ ਇਸੇ ਤਰ੍ਹਾਂ ਜੋ ਹੈ ਇੱਕ ਕਿਰਿਆ ਦੀ ਪ੍ਰਤੀਕਿਰਿਆ ਵੀ ਹੁੰਦੀ ਹੈ। ਇਸ ਲਈ ਕਵੀ ਕਹਿ ਰਿਹਾ ਹੈ ਕਿ ਅਜੋਕੇ ਸਮਾਜ ਦੇ ਵਿੱਚ ਸਾਰੇ ਸਮਾਜ ਨੂੰ, ਸਮਾਜ ਦੇ ਕਰਤਾ ਧਰਤਾ ਤੇ ਮਾਪੇ, ਸਮਾਜ ਅਤੇ ਜੋ ਨਿਜ਼ਾਮ ਹੈ, ਇਹਨਾਂ ਸਾਰਿਆਂ ਨੂੰ ਹੀ ਸਮਾਜ ਨੂੰ ਸੁਚਾਰੂ ਢੰਗ ਦੇ ਨਾਲ ਚਲਾਉਣ ਦੇ ਲਈ ਸਮੇਂ ਸਿਰ ਆਪਣੇ ਫਰਜ਼ਾਂ ਨੂੰ ਪਛਾਣਨਾ। ਇਸ ਤਰ੍ਹਾਂ ਸ਼ਿਵ ਕੁਮਾਰ ਬਟਾਲਵੀ ਨੇ ਲੂਣਾ ਕਵਿਤਾ ਦੇ ਵਿੱਚ ਜੋ ਔਰਤ ਦੀ ਮਨੋਵਿਅਥਾ ਹੈ ਉਸ ਨੂੰ ਮਨੋਵਿਗਿਆਨਿਕ ਪੱਧਰ ਤੇ ਸਮਝਣ ਅਤੇ ਸਮਝਾਉਣ ਦਾ ਸੁਚੇਤ ਯਤਨ ਕੀਤਾ ਹੈ, ਔਰ ਇਸ ਯਤਨ ਦੇ ਵਿੱਚ ਉਹ ਪੂਰੀ ਤਰ੍ਹਾਂ ਸਫਲ ਵੀ ਹੋਇਆ ਹੈ। ਉਮੀਦ ਹੈ ਕਿ ਵਿਦਿਆਰਥੀਆਂ ਨੂੰ ਲੂਣਾ ਕਵਿਤਾ ਪੂਰੀ ਤਰ੍ਹਾਂ ਸਪਸ਼ਟ ਹੋ ਗਈ ਹੋਵੇਗੀ। ਮਿਲਾਂਗੇ ਅਗਲੇ ਲੈਕਚਰ ਦੇ ਵਿੱਚ ਅਗਲੀ ਕਵਿਤਾ ਲੈ ਕੇ। ਤਦ ਤੱਕ ਲਈ ਇਜਾਜ਼ਤ। ਧੰਨਵਾਦ।